ਧਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨ ਜਾਈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਬਖਸ਼ਿਸ਼ ਕਰਦੇ ਨੇ। ਕਹਿੰਦੇ ਮੈਂ ਜਿੱਥੇ ਜਿੱਥੇ ਵੀ ਦੇਖਾਂ ਪਰਮਾਤਮਾ ਮੇਰੇ ਕੋਲ ਹੈ, ਮੇਰੇ ਨੇੜੇ ਹੈ, ਤੇ ਉਹ ਮੇਰੇ ਤੋਂ ਕਦੇ ਵੀ ਦੂਰ ਨਹੀਂ ਜਾਂਦਾ। ਪਰ ਇਸ ਦੇ ਨਾਲ ਅੰਮ੍ਰਿਤਮਈ ਬਾਣੀ ਦਾ ਇਹ ਵੀ ਪਾਵਨ ਬਚਨ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹ ਬਚਨ ਫਰਮਾਨ ਕੀਤਾ, ਸਭ ਤੇ ਦੂਰ ਸਭਨ ਤੇ ਨੇਰਾ। ਦੂਰੀ ਜਾਂ ਨੇੜਤਾ, ਕੋਈ ਵਸਤ ਕੋਈ ਪਦਾਰਥ ਸਾਡੇ ਨੇੜੇ ਹੋ ਸਕਦਾ ਹੈ ਜਾਂ ਸਾਡੇ ਤੋਂ ਦੂਰ ਹੋ ਸਕਦਾ ਹੈ। ਕੋਈ ਮਨੁੱਖ ਕੋਈ ਬੰਦਾ ਸਾਡੇ ਜਾਂ ਨੇੜੇ ਹੋ ਸਕਦਾ ਹੈ ਜਾਂ ਉਹ ਦੂਰ ਹੋ ਸਕਦਾ ਹੈ। ਇੱਕੋ ਸਮੇਂ ਦੋਵੇਂ ਗੱਲਾਂ ਨਹੀਂ ਹੋ ਸਕਦੀਆਂ ਕਿ ਕੋਈ ਮਨੁੱਖ ਸਾਡੇ ਕੋਲ ਵੀ ਹੋਵੇ ਤੇ ਸਾਡੇ ਤੋਂ ਦੂਰ ਵੀ ਹੋਵੇ। ਇੱਕ ਗੱਲ ਹੈ ਜਾਂ ਨੇੜੇ ਹੈ ਤੇ ਜਾਂ ਫਿਰ ਦੂਰ ਹੈ। ਪਰ ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ। ਕਹਿੰਦੇ ਪਰਮਾਤਮਾ ਸਾਡੇ ਨੇੜੇ ਵੀ ਹੈ ਤੇ ਪਰਮਾਤਮਾ ਸਾਡੇ ਤੋਂ ਦੂਰ ਵੀ ਹੈ। ਜਿੱਥੇ ਇਹ ਕਿਹਾ ਕਿ ਪਰਮਾਤਮਾ ਸਾਡੇ ਤੋਂ ਦੂਰ ਹੈ, ਫਿਰ ਕਹਿੰਦੇ ਪਰਮਾਤਮਾ ਸਾਡੇ ਤੋਂ ਇੰਨਾ ਦੂਰ ਹੈ ਕਿ ਕੋਈ ਗ੍ਰਹਿ ਨਛੱਤਰ ਤਾਰੇ ਸੂਰਜ ਚੰਦਰਮਾ ਵੀ ਸਾਡੇ ਤੋਂ ਓਨਾ ਦੂਰ ਨਹੀਂ ਜਿੰਨਾ ਦੂਰ ਪਰਮਾਤਮਾ ਹੈ। ਤੇ ਜੇ ਕਿਹਾ ਪਰਮਾਤਮਾ ਸਾਡੇ ਨੇੜੇ ਹੈ, ਫਿਰ ਕਹਿੰਦੇ ਇੰਨਾ ਨੇੜੇ ਹੈ ਕਿ ਸਾਡੇ ਸਰੀਰ ਦਾ ਕੋਈ ਅੰਗ ਵੀ ਸਾਡੇ ਓਨਾ ਨੇੜੇ ਨਹੀਂ ਜਿੰਨਾ ਨੇੜੇ ਪਰਮਾਤਮਾ ਹੈ। ਸਭ ਤੇ ਦੂਰ, ਜੇ ਉਹ ਦੂਰ ਹੈ ਤੇ ਸਭ ਤੋਂ ਦੂਰ ਹੈ। ਸਭਨ ਤੇ ਨੇਰਾ, ਤੇ ਜੇ ਨੇੜੇ ਹੈ ਤੇ ਫਿਰ ਸਭ ਤੋਂ ਨੇੜੇ ਹੈ। ਜਲ ਥਲ ਮਹੀਅਲ ਜਾਹੇ ਬਸੇਰਾ, ਜਿਸ ਪਰਮਾਤਮਾ ਦਾ ਬਸੇਰਾ, ਜਿਸ ਪਰਮਾਤਮਾ ਦਾ ਨਿਵਾਸ ਜਲ ਦੇ ਵਿੱਚ ਹੈ, ਧਰਤੀ ਦੇ ਉੱਪਰ ਹੈ, ਅਸਮਾਨ ਦੇ ਵਿੱਚ, ਸਾਰੀਆਂ ਥਾਵਾਂ ਤੇ ਹੈ। ਹੈ ਉਹ ਸਾਰੀਆਂ ਥਾਵਾਂ ਤੇ ਹੈ, ਪਰ ਇਹਦੇ ਬਾਵਜੂਦ ਉਹ ਸਾਡੇ ਤੋਂ ਦੂਰ ਵੀ ਹੋ ਸਕਦਾ ਹੈ ਤੇ ਸਾਡੇ ਨੇੜੇ ਵੀ ਹੋ ਸਕਦਾ ਹੈ। ਸੰਸਾਰ ਦੇ ਤਲ ਤੇ ਜਿਹੜੀ ਦੂਰੀ ਹੈ ਦੋ ਤਰ੍ਹਾਂ ਦੀ ਮੰਨੀ ਜਾਂਦੀ ਹੈ। ਇੱਕ ਤੇ ਦੂਰੀ ਹੈ ਧਰਾਤਲ ਦੇ ਤਲ ਤੇ, ਕਿ ਕੋਈ ਵੀ ਮਨੁੱਖ ਜਾਂ ਕੋਈ ਚੀਜ਼ ਕੋਈ ਵਸਤ ਸਾਡੇ ਤੋਂ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਹੈ, ਕਿੰਨੇ ਕੋਹ ਦੀ, ਕਿੰਨੇ ਮੀਲ ਦੀ ਵਿੱਥ ਦੇ ਉੱਪਰ ਹੈ। ਇਹ ਧਰਾਤਲ ਦੇ ਤਲ ਤੇ ਦੂਰੀ ਹੈ ਕਿ ਕਿੰਨੇ ਕਿਲੋਮੀਟਰ ਹੈ, ਕਿੰਨੇ ਮੀਲ ਹੈ। ਦੂਜੀ ਜਿਹੜੀ ਦੂਰੀ ਹੈ ਉਹ ਕਾਲ ਦੀ ਦੂਰੀ ਹੈ, ਸਮੇਂ ਦੀ ਦੂਰੀ ਹੈ। ਕੋਈ ਬੰਦਾ ਸਾਡੇ ਤੋਂ ਕਿੰਨੇ ਸਾਲ ਜਾਂ ਕਿੰਨੇ 100 ਸਾਲ, ਕਿੰਨੀਆਂ ਸਦੀਆਂ ਪਹਿਲਾਂ ਹੋਇਆ,
ਜਾਂ ਅਸੀਂ ਕਿਸੇ ਤੋਂ ਕਿੰਨੇ ਸਮੇਂ ਬਾਅਦ ਹੋਏ, ਜਾਂ ਸਾਡੇ ਤੋਂ 20 ਸਾਲ 50 ਸਾਲ ਬਾਅਦ ਜਿਹੜਾ ਕੋਈ ਹੋਵੇਗਾ, ਇਹ ਜਿਹੜੀ ਦੂਰੀ ਹੈ ਇਹ ਸਮੇਂ ਦੀ ਦੂਰੀ ਹੈ, ਕਾਲ ਦੀ ਦੂਰੀ ਹੈ। ਸੰਸਾਰ ਦੇ ਤਲ ਤੇ ਸੰਸਾਰ ਦੇ ਪੱਧਰ ਤੇ ਇਹ ਦੋ ਤਰ੍ਹਾਂ ਦੀ ਦੂਰੀ ਹੈ, ਸਮੇਂ ਦੀ ਦੂਰੀ ਹੈ ਜਾਂ ਫਿਰ ਧਰਾਤਲ ਦੇ ਤਲ ਤੇ ਦੂਰੀ ਹੈ। ਪਰਮਾਤਮਾ ਨਾ ਤਾਂ ਧਰਾਤਲ ਦੇ ਤਲ ਤੇ ਸਾਡੇ ਤੋਂ ਦੂਰ ਹੈ ਕਿ ਅਸੀਂ ਇਹ ਮੰਨੀਏ ਕਿ ਪਰਮਾਤਮਾ ਸਾਡੇ ਤੋਂ ਕਿੰਨੇ ਕਿਲੋਮੀਟਰ ਦੂਰ ਹੈ, ਨਾ ਪਰਮਾਤਮਾ ਸਾਡੇ ਤੋਂ ਸਮੇਂ ਕਰਕੇ ਦੂਰ ਹੈ ਕਿ ਪਰਮਾਤਮਾ ਸਾਡੇ ਤੋਂ ਕਿੰਨੇ ਸਾਲ ਪਹਿਲਾਂ ਹੋਇਆ ਜਾਂ ਫਿਰ ਅਜੇ ਕਿੰਨੇ ਸਾਲ ਬਾਅਦ ਦੇ ਵਿੱਚ ਹੋਏਗਾ। ਉਹ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਹੈ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ। ਜਿੱਥੇ ਸਮੇਂ ਦੀ ਗੱਲ ਹੈ, ਪਰਮਾਤਮਾ ਤਿੰਨੇ ਕਾਲ ਦੇ ਵਿੱਚ ਹੈ। ਪਹਿਲਾਂ ਵੀ ਸੀ, ਜਿਹੜਾ ਸਮਾਂ ਬੀਤਿਆ ਹੈ ਉਹਦੇ ਵਿੱਚ ਵੀ ਸੀ ਪਰਮਾਤਮਾ। ਹੈ ਵੀ ਸੱਚ ਹੈ, ਅੱਜ ਵੀ ਪਰਮਾਤਮਾ ਹੈ। ਹੋਸੀ ਵੀ ਸੱਚ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ। ਇਸ ਕਰਕੇ ਉਹ ਸਮੇਂ ਕਰਕੇ, ਟਾਈਮ ਕਰਕੇ ਸਾਡੇ ਤੋਂ ਦੂਰ ਨਹੀਂ, ਧਰਾਤਲ ਦੇ ਤਲ ਤੇ ਦੂਰ ਨਹੀਂ ਕਿ ਕਿੰਨੇ ਕਿਲੋਮੀਟਰ ਦੀ ਵਿੱਥ ਤੇ ਹੈ। ਜੇ ਦੂਰੀ ਪਰਮਾਤਮਾ ਤੋਂ ਸਾਡੀ ਮੀਟਰਾਂ ਜਾਂ ਕਿਲੋਮੀਟਰਾਂ ਜਾਂ ਮੀਲਾਂ ਦੇ ਰੂਪ ਦੇ ਵਿੱਚ ਹੋਵੇ, ਫਿਰ ਇਹਦਾ ਭਾਵ ਇਹ ਹੈ ਕਿ ਪਰਮਾਤਮਾ ਕਿਤੇ ਹੈ ਤੇ ਕਿਤੇ ਨਹੀਂ ਹੈ। ਨਹੀਂ, ਸਰਬ ਵਿਆਪਕ ਹੈ, ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਪਾਈ। ਉਹ ਸਰਬ ਨਿਵਾਸੀ ਹੈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਕਹਿੰਦੇ ਜੇ ਦੂਰੀ ਦੇਖਣੀ ਹੈ ਧਰਾਤਲ ਦੇ ਤਲ ਤੇ ਪਰਮਾਤਮਾ ਤੇਰੇ ਤੋਂ 1 ਇੰਚ ਵੀ ਦੂਰ ਨਹੀਂ, ਬਲਕਿ ਤੇਰੇ ਅੰਦਰ ਉਹ ਵਿਆਪਕ ਹੈ। ਦੂਰ 1 ਇੰਚ ਵੀ ਨਹੀਂ। ਤੇ ਜੇ ਸਮੇਂ ਕਰਕੇ ਦੇਖਣੀ ਹੈ ਤੇ ਪਰਮਾਤਮਾ ਤੇਰੇ ਤੋਂ 1 ਸੈਕਿੰਡ ਦੀ ਵਿੱਥ ਦੀ ਉੱਪਰ ਵੀ ਨਹੀਂ ਹੈ। ਸੋ ਇਹ ਜਿਹੜਾ ਸੰਸਾਰ ਦੇ ਤਲ ਤੇ ਦੂਰੀ ਦਾ ਪੈਮਾਨਾ ਹੈ, ਇਹ ਪਰਮਾਤਮਾ ਤੇ ਲਾਗੂ ਨਹੀਂ ਹੁੰਦਾ। ਪਰਮਾਤਮਾ ਸਾਡੇ ਨੇੜੇ ਹੈ। ਪਰਮਾਤਮਾ ਸਾਡੇ ਤੋਂ ਸਮੇਂ ਕਰਕੇ ਜਾਂ ਧਰਾਤਲ ਕਰਕੇ ਦੂਰ ਨਹੀਂ ਹੈ। ਪਰ ਇਹਦੇ ਬਾਵਜੂਦ ਵੀ ਸਤਿਗੁਰੂ ਜੀ ਕਹਿੰਦੇ ਜੇ ਦੂਰ ਹੈ ਤੇ ਸਭ ਤੋਂ ਦੂਰ ਹੈ। ਬਾਬਾ ਫਰੀਦ ਸਾਹਿਬ ਨੇ ਵੀ ਇਹ ਬਚਨ ਕਿਹਾ, ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹੋ। ਕਹਿੰਦੇ ਦੂਰ ਹੈ ਘਰ, ਪਿਆਰੇ ਦਾ ਘਰ, ਪਿਆਰੇ ਦਾ ਜੋ ਥਾਂ ਹੈ ਉਹ ਦੂਰ ਹੈ। ਭਗਤ ਕਬੀਰ ਸਾਹਿਬ ਨੇ ਬਚਨ ਕਿਹਾ, ਕਹਿੰਦੇ ਕੋਈ ਨੇੜੇ ਕਹਿੰਦਾ, ਕੋਈ ਦੂਰ ਆਖਦਾ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਲ ਕੀ ਮਾਛਲੀ ਚਰੈ ਖਜੂਰ। ਇੱਕ ਭਗਤ ਕਹਿੰਦੇ ਨੇ ਪਰਮਾਤਮਾ ਦਾ ਘਰ ਦੂਰ ਹੈ, ਇੱਕ ਕਹਿੰਦੇ ਨੇ ਕਿ ਕੋਈ ਦੂਰ ਕਹਿੰਦਾ ਤੇ ਕੋਈ ਨੇੜੇ ਆਖਦਾ ਹੈ, ਤੇ ਇੱਕ ਭਗਤ ਕਹਿੰਦੇ ਨੇ ਕਿ ਪਰਮਾਤਮਾ ਸਾਡੇ ਨੇੜੇ ਹੈ, ਬਹੁਤ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਜੇ ਹੋਏ ਸੋ ਹੋਈ। ਉਹ ਸਾਡੇ ਬਹੁਤ ਨੇੜੇ ਹੈ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਬਚਨ ਆਖਦੇ ਨੇ, ਕਹਿੰਦੇ ਪਰਮਾਤਮਾ ਸਾਡੇ ਤੋਂ ਦੂਰ ਵੀ ਹੈ ਤੇ ਸਾਡੇ ਨੇੜੇ ਵੀ ਹੈ।
ਸਭ ਤੇ ਦੂਰ ਸਭਨ ਤੇ ਨੇਰਾ, ਜਾਲ ਥਾਲ ਮਹੀਲ ਜਾਹੇ ਬਸੇਰਾ। ਉਹ ਦੂਰ ਵੀ ਹੈ ਤੇ ਨੇੜੇ ਵੀ ਹੈ। ਪਰਮਾਤਮਾ ਤੋਂ ਦੂਰੀ ਸਾਡੀ ਜਿਹੜੀ ਹੈ, ਇਹ ਦੂਰੀ ਹੈ ਸੁਰਤ ਦੀ ਤੇ ਸਮਝ ਦੀ। ਦੋ ਤਰ੍ਹਾਂ ਦੀ ਦੂਰੀ ਸੰਸਾਰ ਦੇ ਤਲ ਤੇ ਹੈ, ਸਮੇਂ ਦੀ ਤੇ ਧਰਾਤਲ ਦੀ। ਦੋ ਤਰ੍ਹਾਂ ਦੀ ਦੂਰੀ ਨਿਰੰਕਾਰ ਦੇ ਤਲ ਤੇ ਪਰਮਾਤਮਾ ਦੇ ਤਲ ਤੇ ਹੈ, ਸਮਝ ਦੀ ਤੇ ਸੁਰਤ ਦੀ। ਪਰਮਾਤਮਾ ਸਾਡੀ ਸਮਝ ਦੇ ਵਿੱਚ ਨਹੀਂ, ਇਸ ਕਰਕੇ ਸਾਡੀ ਸੁਰਤ ਦੇ ਵਿੱਚ ਵੀ ਨਹੀਂ। ਜਿੰਨਾ ਚਿਰ ਪਰਮਾਤਮਾ ਸਾਡੀ ਸੁਰਤ ਦੇ ਵਿੱਚ ਨਹੀਂ, ਓਨਾ ਚਿਰ ਪਰਮਾਤਮਾ ਸਾਡੇ ਤੋਂ ਦੂਰ ਹੈ। ਉਹ ਸਾਡੇ ਕੋਲ ਹੋ ਕੇ ਵੀ ਸਾਡੇ ਤੋਂ ਦੂਰ ਹੈ, ਕਿਉਂਕਿ ਕੋਲ ਹੋਣ ਦੇ ਬਾਵਜੂਦ ਵੀ ਸਾਡਾ ਸੰਬੰਧ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਦਾ। ਸੰਬੰਧ ਪਰਮਾਤਮਾ ਦੇ ਨਾਲ ਸਾਡਾ ਜੁੜ ਨਹੀਂ ਸਕਦਾ। ਕਿਉਂ ਨਹੀਂ ਜੁੜ ਸਕਦਾ? ਕਿਉਂਕਿ ਪਰਮਾਤਮਾ ਸਾਡੀ ਸਮਝ ਦੇ ਵਿੱਚ ਨਹੀਂ। ਤੇ ਜੋ ਇਸ ਮਨ ਦੀ ਸਮਝ ਦੇ ਵਿੱਚ ਨਾ ਹੋਵੇ, ਇਹ ਮਨ ਉਸ ਨੂੰ ਮੰਨਦਾ ਨਹੀਂ। ਪਰਿਵਾਰ ਨੂੰ ਇਹ ਮਨ ਮੰਨਦਾ ਹੈ, ਕਿਉਂਕਿ ਪਰਿਵਾਰ ਦੀ ਇਹਨੂੰ ਸਮਝ ਹੈ, ਧੀਆਂ ਪੁੱਤਾਂ ਦੀ, ਮਾਂ ਬਾਪ ਦੀ, ਪਤੀ ਪਤਨੀ ਦੀ, ਭੈਣ ਭਰਾਵਾਂ ਦੀ ਇਹ ਸਮਝ ਹੈ ਤੇ ਇਹਨਾਂ ਨੂੰ ਮਨ ਮੰਨ ਲੈਂਦਾ ਹੈ। ਪਰਮਾਤਮਾ ਦੀ ਸਮਝ ਨਹੀਂ, ਇਸ ਕਰਕੇ ਪਰਮਾਤਮਾ ਨੂੰ ਇਹ ਮਨ ਨਹੀਂ ਮੰਨਦਾ। ਜੇ ਸਾਨੂੰ ਇਹ ਲੱਗੇ ਕਿ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ, ਗੁਰਬਾਣੀ ਕਹਿੰਦੀ ਹੈ ਖੇਡ ਸਾਰੀ ਦੀ ਸਾਰੀ ਮਨ ਦੀ ਹੈ। ਧਰਮ ਦੀ ਸਾਰੀ ਜਿਹੜੀ ਸਾਧਨਾ ਹੈ ਉਹ ਮਨ ਦੀ ਹੈ। ਤੇ ਜੇ ਮਨ ਕਰਕੇ ਧਰਮ ਦੇ ਨਾਲ ਜੁੜੇ ਨਹੀਂ, ਸਰੀਰ ਕਰਕੇ ਧਰਮ ਦੀ ਸਾਧਨਾ ਜਿੰਨੀ ਮਰਜ਼ੀ ਕਰੀ ਜਾਓ, ਸਰੀਰ ਕਰਕੇ ਧਾਰਮਿਕ ਕਰਮ ਜਿੰਨੇ ਮਰਜ਼ੀ ਕਰੀ ਜਾਓ, ਸੁਰਤ ਧਰਮ ਦੇ ਮਾਰਗ ਤੇ ਅੱਗੇ ਉਨਾ ਚਿਰ ਨਹੀਂ ਚੱਲੇਗੀ ਜਿੰਨਾ ਚਿਰ ਮਨ ਧਰਮ ਵਾਲੇ ਪਾਸੇ ਜੁੜਦਾ ਨਹੀਂ। ਸਾਡਾ ਦੁਖਾਂਤ ਇਹੀ ਹੈ, ਸਾਡੀ ਤਰਾਸਦੀ ਇਹੀ ਹੈ ਕਿ ਸਾਡੀ ਧਰਮ ਦੀ ਜਿੰਨੀ ਸਾਧਨਾ ਹੈ ਉਹ ਸਾਰੀ ਦੀ ਸਾਰੀ ਸਰੀਰ ਕਰਕੇ ਹੈ, ਮਨ ਕਰਕੇ ਬਿਲਕੁਲ ਵੀ ਨਹੀਂ ਹੈ। ਸਰੀਰ ਕਰਕੇ ਸਾਧਨਾ ਹੋ ਰਹੀ ਹੈ, ਸਰੀਰ ਕਰਕੇ ਅਸੀਂ ਗੁਰਦੁਆਰਾ ਸਾਹਿਬ ਚੱਲ ਕੇ ਆ ਰਹੇ ਹਾਂ, ਸਰੀਰ ਕਰਕੇ ਸਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ, ਸਰੀਰ ਕਰਕੇ ਬੰਦਾ ਪੁੰਨ ਦਾਨ ਕਰਦਾ ਪਿਆ ਹੈ, ਸਰੀਰ ਕਰਕੇ ਹੀ ਬਾਣੀ ਪੜ੍ਹਦਾ ਪਿਆ ਹੈ, ਸਰੀਰ ਕਰਕੇ ਹੀ ਸਤ ਸੰਗਤ ਕਰਦਾ ਪਿਆ ਹੈ। ਕਿਉਂਕਿ ਜੇ ਬਾਣੀ ਪੜ੍ਹੇ ਵੀ ਤੇ ਮਨ ਉਹਦੇ ਵਿੱਚ ਤਾਂ ਵੀ ਸ਼ਾਮਲ ਨਹੀਂ ਹੁੰਦਾ। ਮਨ ਆਪਣੀਆਂ ਖੇਡਾਂ ਖੇਡਦਾ ਹੈ, ਤਨ ਬਾਣੀ ਪੜ੍ਹਦਾ ਪਿਆ ਹੈ। ਮਨ ਆਪਣੀਆਂ ਖੇਡਾਂ ਖੇਡਦਾ ਹੈ, ਤਨ ਸਤ ਸੰਗਤ ਦੇ ਵਿੱਚ ਬੈਠਾ ਹੈ। ਮਨ ਹੋਰ ਪਾਸੇ ਵੱਲ ਜਾ ਰਿਹਾ ਹੈ, ਸਰੀਰ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ। ਸਾਧਨਾ ਸਾਰੀ ਸਰੀਰ ਕਰਕੇ ਹੋ ਰਹੀ ਹੈ, ਇਸ ਕਰਕੇ ਕੋਈ ਖੇਡ ਨਹੀਂ ਬਣ ਰਹੀ, ਕੋਈ ਗੱਲ ਨਹੀਂ ਬਣ ਰਹੀ, ਕੋਈ ਆਤਮਿਕ ਜੀਵਨ ਦੇ ਵਿੱਚ ਤਰੱਕੀ ਨਹੀਂ ਹੋ ਰਹੀ। ਚਾਹੀਦਾ ਤੇ ਇਹ ਸੀ ਕਿ ਮਨ ਕਰਕੇ ਸਾਧਨਾ ਕੀਤੀ ਜਾਏ। ਧਰਮ ਦੀ ਸਾਰੀ ਸਾਧਨਾ ਮਨ ਦੀ ਸਾਧਨਾ ਹੈ। ਅੰਮ੍ਰਿਤਮਈ ਬਾਣੀ ਦਾ ਇਹ ਬਚਨ ਹੈ ਕਿ ਇਹ ਸਾਰਾ ਜਿਹੜਾ ਕੰਮ ਹੈ ਮਨ ਦਾ ਹੀ ਕੰਮ ਹੈ। ਮਨ ਦੇ ਨਾਲ ਹੀ ਇਹ ਕਾਰਜ ਹੈ, ਧਰਮ ਦਾ ਸਾਰਾ ਕਾਰਜ। ਜੇ ਮਨ ਨੂੰ ਸਾਧਾਂਗੇ ਤਾਂ ਧਰਮ ਦੀ ਦੁਨੀਆ ਦੇ ਵਿੱਚ ਸਿੱਧੀ ਮਿਲੇਗੀ, ਸਫਲਤਾ ਮਿਲੇਗੀ। ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ।
ਇਹ ਸਾਰਾ ਕੰਮ ਹੀ ਮਨ ਦੇ ਨਾਲ ਹੈ, ਤੇ ਮਨ ਧਰਮ ਕਮਾਉਣ ਲੱਗਿਆਂ ਇਹਦੇ 'ਚ ਸ਼ਾਮਲ ਹੀ ਨਹੀਂ ਹੁੰਦਾ। ਮਨ ਖੁੱਲਾ ਫਿਰਦਾ ਰਹਿੰਦਾ ਹੈ, ਇਸੇ ਕਰਕੇ ਫਿਰ ਸਿੱਧੀ ਨਹੀਂ ਹੁੰਦੀ, ਇਸੇ ਕਰਕੇ ਸਫਲਤਾ ਨਹੀਂ ਮਿਲਦੀ। ਮਨ ਸ਼ਾਮਲ ਕਿਉਂ ਨਹੀਂ ਹੁੰਦਾ? ਕਿਉਂਕਿ ਮਨ ਨੂੰ ਇਸ ਗੱਲ ਦੀ ਸਮਝ ਹੀ ਨਹੀਂ। ਪਰਿਵਾਰ ਦੀ ਸਮਝ ਹੈ, ਮਨ ਨੇ ਪਰਿਵਾਰ ਨੂੰ ਐਕਸੈਪਟ ਕਰ ਲਿਆ ਹੈ, ਪ੍ਰਵਾਨ ਕਰ ਲਿਆ ਹੈ, ਪਰਿਵਾਰ ਨੂੰ ਮੰਨ ਲਿਆ ਹੈ। ਕਾਰੋਬਾਰ ਦੀ ਸਮਝ ਹੈ, ਧਨ ਦੀ ਸਮਝ ਹੈ, ਪਦਾਰਥਾਂ ਦੀ ਸਮਝ ਹੈ, ਇਹਨਾਂ ਨੂੰ ਮਨ ਨੇ ਮੰਨ ਲਿਆ ਹੈ। ਪਰਮਾਤਮਾ ਦੀ ਸਮਝ ਨਹੀਂ, ਗੁਰੂ ਦੀ ਸਮਝ ਨਹੀਂ। ਪਰਮਾਤਮਾ ਨੂੰ ਪਰਮਾਤਮਾ ਕਰਕੇ ਮਨ ਨੇ ਨਹੀਂ ਮੰਨਿਆ, ਗੁਰੂ ਨੂੰ ਗੁਰੂ ਕਰਕੇ ਮਨ ਨੇ ਨਹੀਂ ਮੰਨਿਆ। ਇਹ ਗੱਲ ਸਪਸ਼ਟ ਹੈ। ਤੇ ਜੇ ਸਾਨੂੰ ਇਹ ਲੱਗੇ ਕਿ ਅਸੀਂ ਰੋਜ਼ਾਨਾ ਗੁਰਦੁਆਰਾ ਸਾਹਿਬ ਚੱਲ ਕੇ ਆਉਣੀ ਆ, ਅਸੀਂ ਮੱਥਾ ਟੇਕਦੇ ਹਾਂ, ਸੇਵਾ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅਸੀਂ ਗੁਰੂ ਨੂੰ ਗੁਰੂ ਕਰਕੇ ਮੰਨ ਲਿਆ ਹੈ, ਅਸੀਂ ਪਰਮਾਤਮਾ ਨੂੰ ਮੰਨ ਲਿਆ ਹੈ, ਤਾਂ ਹੀ ਤੇ ਧਰਮ ਦੇ ਕਰਮ ਸਾਰੇ ਸਾਡੇ ਵੱਲੋਂ ਕੀਤੇ ਜਾ ਰਹੇ ਨੇ। ਜੇ ਅਸੀਂ ਮੱਥਾ ਟੇਕ ਰਹੇ ਹਾਂ, ਸੇਵਾ ਕਰਦੇ ਹਾਂ, ਜੇ ਇੱਥੋਂ ਤੱਕ ਅਸੀਂ ਪਾਠ ਵੀ ਕਰਦੇ ਪਏ ਹਾਂ, ਤੇ ਸ਼ਾਇਦ ਅਸੀਂ ਗੁਰੂ ਨੂੰ ਗੁਰੂ ਕਰਕੇ ਮੰਨ ਲਿਆ ਹੈ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਿਆ ਹੈ। ਨਹੀਂ, ਇਹ ਸਾਡਾ ਭੁਲੇਖਾ ਹੋਏਗਾ। ਅਸੀਂ ਕੇਵਲ ਮੰਗਦੇ ਹਾਂ, ਮੰਨਦੇ ਨਹੀਂ ਹਾਂ। ਸਾਡਾ ਸੰਬੰਧ ਮੰਗਣ ਦੇ ਤਲ ਤੇ ਹੈ, ਮੰਨਣ ਦੇ ਤਲ ਤੇ ਕਿਸੇ ਵਿਰਲੇ ਦਾ ਸੰਬੰਧ ਹੁੰਦਾ ਹੈ। ਬਹੁਤਾਤ ਸੰਬੰਧ ਮੰਗਣ ਵਾਲਾ ਹੈ। ਅਸੀਂ ਗੁਰੂ ਦੇ ਦਰ ਤੇ ਗੁਰੂ ਦੇ ਵਾਸਤੇ ਨਹੀਂ ਆਉਂਦੇ, ਪਰਮਾਤਮਾ ਦੇ ਦਰ ਤੇ, ਗੁਰੂ ਦੇ ਦਰ ਤੇ ਨਾ ਅਸੀਂ ਗੁਰੂ ਦੇ ਵਾਸਤੇ ਆਉਣੀਆਂ, ਨਾ ਅਸੀਂ ਪਰਮਾਤਮਾ ਦੇ ਵਾਸਤੇ ਆਉਣੀਆਂ। ਸਾਡੀਆਂ ਲੋੜਾਂ ਸਾਨੂੰ ਲੈ ਕੇ ਆਉਂਦੀਆਂ ਨੇ, ਸਾਡੀਆਂ ਕਾਮਨਾਵਾਂ ਸਾਨੂੰ ਲੈ ਕੇ ਆਉਂਦੀਆਂ ਨੇ, ਸਾਡੀਆਂ ਗਰਜਾਂ, ਸਾਡੇ ਡਰ, ਸਾਡੀਆਂ ਚਿੰਤਾਵਾਂ ਸਾਨੂੰ ਲੈ ਕੇ ਆਉਂਦੀਆਂ ਨੇ, ਸਾਡੀਆਂ ਮੁਸੀਬਤਾਂ ਸਾਨੂੰ ਲੈ ਕੇ ਆਉਂਦੀਆਂ ਨੇ। ਸਾਡੀ ਕਾਮਨਾ ਕਹਿੰਦੀ ਹੈ ਕਿ ਜਾ ਕੇ ਗੁਰੂ ਦੇ ਦਰ ਤੇ ਮੰਗ, ਉੱਥੋਂ ਮਿਲੇਗਾ। ਇਸ ਕਰਕੇ ਜੋ ਅਸੀਂ ਮੰਗਦੇ ਹਾਂ ਉਹ ਗੁਰੂ ਸਾਨੂੰ ਦੇ ਹੀ ਜਾਂਦਾ ਹੈ। ਗੁਰੂ ਤੋਂ ਗੁਰੂ ਨੂੰ ਕਦੇ ਅਸੀਂ ਮੰਗਿਆ ਹੀ ਨਹੀਂ, ਪਰਮਾਤਮਾ ਤੋਂ ਪਰਮਾਤਮਾ ਕਦੇ ਅਸੀਂ ਮੰਗਿਆ ਹੀ ਨਹੀਂ। ਜੋ ਮੰਗਿਆ ਉਹ ਮਿਲਿਆ, ਜੋ ਮੰਗਿਆ ਹੀ ਨਹੀਂ ਉਹ ਸਾਨੂੰ ਮਿਲ ਕਿਵੇਂ ਜਾਵੇ। ਅੰਮ੍ਰਿਤਮਈ ਬਾਣੀ ਦਾ ਇਹ ਪਾਵਨ ਬਚਨ ਹੈ, ਮੰਮਾ ਮੰਗਨ ਹਾਰ ਇਆਨਾ, ਦੀਨ ਹਾਰ ਦੇ ਰਹਿਓ ਸੁਜਾਨਾ। ਅਸੀਂ ਮੰਗਣ ਵਾਲਿਆਂ ਤੇ ਗੁਰੂ ਦੇਣ ਵਾਲਾ ਹੈ, ਅਸੀਂ ਮੰਗਣ ਵਾਲਿਆਂ ਤੇ ਪਰਮਾਤਮਾ ਦੇਣ ਵਾਲਾ ਹੈ। ਗੁਰੂ ਜੋ ਦੇਣ ਵਾਲਾ ਹੈ ਉਹ ਸਮਝਦਾਰ ਹੈ, ਉਹ ਸਾਨੂੰ ਦਾਤਾਂ ਦੇ ਰਿਹਾ ਹੈ। ਉਹ ਇੰਨਾ ਸਮਝਦਾਰ ਹੈ, ਜੋ ਅਸੀਂ ਨਹੀਂ ਵੀ ਮੰਗਦੇ ਉਹ ਵੀ ਸਾਨੂੰ ਮਿਲ ਜਾਂਦਾ ਹੈ। ਉਹ ਇੰਨਾ ਸਮਝਦਾਰ ਹੈ, ਜ਼ਰੂਰੀ ਨਹੀਂ ਕਿ ਜਿੰਨਾ ਅਸੀਂ ਮੰਗਿਆ ਓਨਾ ਹੀ ਸਾਨੂੰ ਮਿਲਿਆ, ਬਲਕਿ ਜਿੰਨਾ ਜੋ ਅਸੀਂ ਨਹੀਂ ਵੀ ਮੰਗਿਆ ਉਹ ਵੀ ਸਾਨੂੰ ਮਿਲ ਗਿਆ। ਕਿਉਂਕਿ ਜਿਹੜਾ ਦੇਣਹਾਰ ਹੈ, ਜਿਹੜਾ ਦਾਤਾਰ ਹੈ, ਉਹ ਬੜਾ ਸਮਝਦਾਰ ਹੈ, ਬੜਾ ਸਿਆਣਾ ਹੈ। ਪਰ ਅਸੀਂ ਮੰਗਣ ਵਾਲੇ, ਅਸੀਂ ਨਾਦਾਨ, ਬੇਸਮਝਾਂ। ਇਸ ਕਰਕੇ ਬੇਸਮਝਾਂ, ਕਿਉਂਕਿ ਜੋ ਸਾਨੂੰ ਮੰਗਣ ਦੀ ਲੋੜ ਹੀ ਨਹੀਂ, ਅਸੀਂ ਸਾਰੀ ਉਮਰ ਉਹ ਕੁਝ ਹੀ ਮੰਗਦੇ ਰਹਿੰਦੇ ਹਾਂ। ਜੋ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਹੈ, ਸਾਰੀ ਉਮਰ ਉਹ ਹੀ ਮੰਗਦੇ ਰਹਿੰਦੇ ਹਾਂ।
ਤੇ ਜੋ ਮੰਗਣਾ ਚਾਹੀਦਾ ਸੀ ਉਹ ਸਾਰੀ ਉਮਰ ਹੀ ਅਸੀਂ ਮੰਗਦੇ ਨਹੀਂ। ਸਤਿਗੁਰੂ ਜੀ ਕਹਿੰਦੇ ਤੇਰੇ ਜੀਵਨ ਦੇ ਵਿੱਚ ਸੁੱਖ ਕਿਉਂ ਨਹੀਂ, ਤੇਰੇ ਮਨ ਦੀ ਸੰਤੁਸ਼ਟੀ ਕਿਉਂ ਨਹੀਂ? ਕਿਉਂਕਿ ਜੋ ਤੈਨੂੰ ਮੰਗਣਾ ਚਾਹੀਦਾ ਸੀ ਉਹ ਤੂੰ ਕਦੇ ਮੰਗਿਆ ਹੀ ਨਹੀਂ, ਤੇ ਜੋ ਮੰਗਣ ਦੀ ਲੋੜ ਹੀ ਨਹੀਂ ਉਹ ਮੰਗਣ ਦੇ ਵਿੱਚ ਤੂੰ ਆਪਣੇ ਜੀਵਨ ਦਾ ਸਮਾਂ, ਆਪਣੀ એનર્ਜੀ, ਸਭ ਕੁਝ ਤੂੰ ਗਵਾ ਰਿਹਾ ਹੈ। ਇਸੇ ਕਰਕੇ ਸੁੱਖ ਨਹੀਂ, ਇਸੇ ਕਰਕੇ ਸੰਤੁਸ਼ਟੀ ਨਹੀਂ। ਜੋ ਮੰਗਹਿ ਸੋ ਮੰਗਹਿ ਬੀਆ, ਜਾਂ ਤੇ ਕੁਸ਼ਲ ਨਾ ਕਾਹੂ ਥੀਆ। ਕਹਿੰਦੇ ਇਹਦੇ ਨਾਲ ਤਾਂ ਕਦੇ ਵੀ ਕੋਈ ਸੁਖੀ ਨਹੀਂ ਹੋਇਆ ਜੋ ਤੂੰ ਮੰਗਦਾ ਪਿਆ। ਹਮੇਸ਼ਾ ਕੁਝ ਹੋਰ ਹੀ ਮੰਗਦਾ ਹੈ, ਜੋ ਮੰਗਣਾ ਚਾਹੀਦਾ ਹੈ ਉਹ ਮੰਗਦਾ ਨਹੀਂ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਮੰਗਣਾ ਹੈ ਤਾਂ ਤੇਰੀ ਮੰਗ ਕੇਵਲ ਇੱਕ ਹੀ ਹੋਣੀ ਚਾਹੀਦੀ ਹੈ। ਕੇਵਲ ਇੱਕੋ ਮੰਗ ਤੇਰੀ ਹੋਣੀ ਚਾਹੀਦੀ ਹੈ। ਤੂੰ ਪਰਮਾਤਮਾ ਨੂੰ ਪਰਮਾਤਮਾ ਦੇ ਕੋਲੋਂ ਮੰਗ ਲੈ, ਤੂੰ ਗੁਰੂ ਨੂੰ ਗੁਰੂ ਦੇ ਕੋਲੋਂ ਮੰਗ ਲੈ। ਮੰਗਨ ਮੰਗ ਤਾਂ ਇੱਕ ਹੈ ਮੰਗ। ਜੇ ਮੰਗਣਾ ਹੈ ਤਾਂ ਕੇਵਲ ਇੱਕ ਨੂੰ ਮੰਗ, ਗੁਰੂ ਦੇ ਕੋਲੋਂ ਗੁਰੂ ਨੂੰ ਮੰਗ, ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੰਗ। ਇਸੇ ਕਰਕੇ ਕਿਸੇ ਅਦੀਬ ਨੇ ਕਿਹਾ, ਕਹਿੰਦੇ ਜਦੋਂ ਤੋਂ ਲੈ ਕੇ ਮੈਂ ਖੁਦਾ ਦੇ ਕੋਲੋਂ ਖੁਦਾ ਨੂੰ ਮੰਗਿਆ ਹੈ, ਇਸ ਇੱਕ ਦੁਆ ਕਰਨ ਤੋਂ ਬਾਅਦ, ਇਹ ਇੱਕ ਅਰਦਾਸ ਕਰਨ ਤੋਂ ਬਾਅਦ ਮੈਨੂੰ ਕਦੇ ਅਰਦਾਸ ਕਰਨੀ ਹੀ ਨਹੀਂ ਪਈ। ਮੈਨੂੰ ਕਦੇ ਹੱਥ ਅੱਡ ਕੇ ਅਰਦਾਸ ਕਰਨ ਦੀ ਲੋੜ ਨਹੀਂ ਪਈ ਜਦੋਂ ਤੋਂ ਪਰਮਾਤਮਾ ਦੇ ਕੋਲੋਂ ਪਰਮਾਤਮਾ ਨੂੰ ਮੈਂ ਮੰਗ ਲਿਆ ਹੈ। ਕਹਿੰਦੇ ਸਭ ਕੁਝ ਹੀ ਮੰਗ ਲਿਆ ਜਦੋਂ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗ ਲਿਆ, ਬਾਕੀ ਮਗਰ ਫਿਰ ਕੁਝ ਵੀ ਨਹੀਂ ਰਹਿ ਗਿਆ। सब किस मांग लिया खुदा से खुदा को मांग कर। सब कुछ ही मंग लिया, फिर ਇਹਦੇ ਤੋਂ ਬਾਅਦ ਕੋਈ ਹੋਰ ਦੁਆ ਨਹੀਂ ਕਰਨ ਦੀ ਲੋੜ, ਕੋਈ ਹੋਰ ਅਰਦਾਸ ਨਹੀਂ ਕਰਨ ਦੀ ਲੋੜ। ਪਰ ਅਸੀਂ ਬਾਕੀ ਬਹੁਤ ਕੁਝ ਮੰਗਦੇ ਹਾਂ, ਨਿਤ ਅਸੀਂ ਕੁਝ ਨਾ ਕੁਝ ਮੰਗਦੇ ਹਾਂ ਅਰਦਾਸ ਕਰਕੇ। ਅੱਜ ਤੱਕ ਅਸੀਂ ਗੁਰੂ ਦੇ ਕੋਲੋਂ ਗੁਰੂ ਦੀ ਮੰਗ ਨਹੀਂ ਕੀਤੀ। ਪਰਮਾਤਮਾ ਦੇ ਕੋਲੋਂ ਬਹੁਤ ਕੁਝ ਅਸੀਂ ਮੰਗਿਆ ਪਰ ਪਰਮਾਤਮਾ ਦੀ ਮੰਗ ਨਹੀਂ ਕੀਤੀ। ਜੇ ਸਾਡੀ ਮੰਗ ਦੇ ਵਿੱਚ ਪਰਮਾਤਮਾ ਨਹੀਂ, ਜੇ ਸਾਡੀ ਮੰਗ ਦੇ ਵਿੱਚ ਗੁਰੂ ਨਹੀਂ, ਇਹਦਾ ਭਾਵ ਹੀ ਹੈ ਕਿ ਨਾ ਸਾਨੂੰ ਪਰਮਾਤਮਾ ਦੀ ਸਮਝ ਹੈ ਤੇ ਨਾ ਸਾਨੂੰ ਗੁਰੂ ਦੀ ਸਮਝ ਹੈ। ਧਨ ਦੀ ਸਾਨੂੰ ਸਮਝ ਹੈ, ਧਨ ਅਸੀਂ ਮੰਗ ਲੈਂਦੇ ਹਾਂ। ਪਦਾਰਥਾਂ ਦੀ ਸਾਨੂੰ ਸਮਝ ਹੈ, ਪਦਾਰਥ ਅਸੀਂ ਮੰਗ ਲੈਂਦੇ ਹਾਂ। ਰਿਸ਼ਤੇ ਨਾਤਿਆਂ ਦੀ ਸਾਨੂੰ ਸਮਝ ਹੈ, ਪਰਿਵਾਰ ਦੇ ਵਾਸਤੇ, ਸਾਕ ਸੰਬੰਧੀਆਂ ਦੇ ਵਾਸਤੇ ਅਸੀਂ ਮੰਗ ਲੈਂਦੇ ਹਾਂ। ਪਰ ਗੁਰੂ ਦੀ ਸਮਝ ਨਹੀਂ, ਪਰਮਾਤਮਾ ਦੀ ਸਮਝ ਨਹੀਂ, ਇਸ ਕਰਕੇ ਅਸੀਂ ਮੰਗਦੇ ਨਹੀਂ।